ਸਤਿ ਸ਼੍ਰੀ ਅਕਾਲ ਜੀ। ਟੂਡੇ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਰਾਜੇਸ਼ ਅਲੂਣਾ। ਜਿੱਥੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਉਹ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ। ਬੀਤੇ ਕੱਲ ਜਿਹੜਾ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਤਿਰੰਗਾ ਲਹਿਰਾਇਆ ਗਿਆ ਹੈ। ਪਰ ਗੱਲ ਇੱਕ ਪਿੰਡ ਬਟਾਲਾ ਦੀ ਕਰਦੇ ਹਾਂ। ਬਟਾਲੇ ਦੇ ਵਿੱਚ ਇੱਕ ਪਿੰਡ ਜਿਹੜਾ ਹੈ ਉਹ ਅੱਜ ਵੀ ਆਪਣੇ ਆਪ ਨੂੰ ਜਿਹੜਾ ਹੈ ਉਹ ਗੁਲਾਮੀਆਂ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਮਹਿਸੂਸ ਕਰਦਾ ਪਿਆ ਹੈ। ਔਰ ਕੁਝ ਦਲਿਤ ਪਰਿਵਾਰਾਂ ਵੱਲੋਂ ਜਿਹੜੇ ਆਰੋਪ ਲਗਾਏ ਗਏ ਨੇ ਪਿੰਡ ਦੀ ਹੀ ਪੰਚਾਇਤ ਦੇ ਉੱਤੇ ਕਿ ਗਲਤ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਬੋਲੀਆਂ ਕਰਵਾਈਆਂ ਜਾ ਰਹੀਆਂ ਨੇ ਸਰਕਾਰੀ ਜ਼ਮੀਨ ਦੀਆਂ। ਔਰ ਪਿੰਡ ਵਾਲਿਆਂ ਵੱਲੋਂ ਔਰ ਉੱਥੇ ਪਹੁੰਚੇ ਕੁਝ ਕਿਸਾਨੀ ਆਗੂਆਂ ਵੱਲੋਂ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਮੁਰਦਾਬਾਦ ਦੇ ਨਾਅਰੇ ਲਗਾਏ ਜਾਂਦੇ ਨੇ। ਕੀ ਹੈ ਪੂਰਾ ਮਾਮਲਾ, ਸੁਣਦੇ ਹਾਂ ਪਿੰਡ ਵਾਸੀਆਂ ਦੀ ਜ਼ੁਬਾਨੀ। ਪਰ ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਤੇ ਲੱਗੇ ਇਹਨਾਂ ਸਾਰਾ ਇਲਜ਼ਾਮਾਂ ਨੂੰ ਜਿਹੜਾ ਹੈ ਉਹ ਨਕਾਰਿਆ ਹੈ। ਪੱਤਰਕਾਰ ਜਤਿੰਦਰ ਸੋਢੀ ਦੇ ਨਾਲ ਡੈਨੀਅਲ ਹੰਸ ਦੀ ਖਾਸ ਰਿਪੋਰਟ। पेंडू मजदूर यूनियन जिंदाबाद 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 पेंडू मजदूर यूनियन जिंदाबाद 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 जाति जमीन जाति जैसा लेकर रहेंगे जाति जमीन जाति जैसा लेकर रहेंगे मुर्दाबाद 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 पंचायत मुर्दाबाद 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 ਕੀ ਨਾਂ ਜੀ ਤੁਹਾਡਾ? ਇਕਬਾਲ ਸਿੰਘ। ਤੇ ਅੱਜ ਇਕਬਾਲ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਜੋ ਰੋਸ ਇੱਕ ਮੁਜ਼ਾਹਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਕਿਸ ਸੰਬੰਧ ਵਿੱਚ ਕੀਤਾ ਗਿਆ? ਉਹ ਸਾਡੇ ਇਸ ਸੰਬੰਧ ਵਿੱਚ ਕੀਤਾ ਗਿਆ ਕਿ ਸਾਡੇ ਪਿੰਡ ਦੀ ਟੋਟਲ ਪੰਚਾਇਤ ਦੀ ਜ਼ਮੀਨ ਜੋ ਕਿ 22 ਕਿੱਲੇ 3 ਕਨਾਲਾਂ ਦੇ ਕਰੀਬ ਕੋਲ ਹੈਗੀ ਹੈ, ਜਿਹਦੇ ਵਿੱਚ ਦਲਿਤ ਭਾਈਚਾਰੇ ਦੀ ਸਾਡੇ ਐਸਸੀ ਜਮਾਤ ਦੀ 7.5 ਕਿੱਲੇ ਦੇ ਕਰੀਬ ਜ਼ਮੀਨ ਹੁੰਦੀ ਹੈ, ਜਿਹਦੇ ਵਿੱਚੋਂ 3 ਬੋਲੀਆਂ ਕੈਂਸਲ ਕਰਵਾਈਆਂ ਗਈਆਂ। ਕੈਂਸਲ ਕੀਤੀਆਂ ਇਹਨਾਂ ਨੇ ਕਿਉਂਕਿ ਅਸੀਂ ਇੱਕ ਸਾਡਾ ਐਸਸੀ ਭਾਈਚਾਰਾ ਸਾਂਝੇ ਤੌਰ ਤੇ ਇੱਕ ਗੁਜ਼ਾਰਾ ਕਰਨਾ ਚਾਹੁੰਦੇ ਕਿ ਪਹਿਲੀ ਲੈ ਕੇ ਆਪਾਂ ਇੱਕ ਸਾਂਝੇ ਤੌਰ ਤੇ ਆਪਾਂ ਗੁਜ਼ਾਰਾ ਕਰ ਸਕੀਏ। ਕੋਰੋਨਾ ਤੋਂ ਬਾਅਦ, ਮਹਾਮਾਰੀ ਤੋਂ ਬਾਅਦ ਇੰਨੀ ਬੇਰੁਜ਼ਗਾਰੀ, ਗਰੀਬੀ, ਆਰਥਿਕ ਤੰਗੀ ਆਉਣ ਦੇ ਬਾਅਦ ਸਾਡੇ ਐਸਸੀ ਭਾਈਚਾਰੇ ਨੇ ਸੋਚਿਆ ਕਿ ਅਸੀਂ ਸਰਕਾਰ ਦੇ ਅੱਗੇ ਗੁਜ਼ਾਰਿਸ਼ ਕਰਕੇ ਜ਼ਮੀਨ ਘੱਟ ਰੇਟ ਤੇ ਲੈ ਸਕੀਏ ਤੇ ਆਪਣਾ ਇੱਕ ਪੇਟ ਪਾਲ ਸਕੀਏ। ਕਿਉਂਕਿ ਸਾਰਾ ਦਿਨ ਮਜ਼ਦੂਰੀ ਕਰਨ ਦੇ ਬਾਅਦ ਸ਼ਾਮ ਨੂੰ ਘਰ ਦਾ ਕੋਈ ਮੈਂਬਰ ਕੋਈ ਬਿਮਾਰ ਹੋ ਗਿਆ, ਸਾਰੇ ਪੈਸੇ ਉਹਦੇ ਉੱਤੇ ਲੱਗਦੇ ਆ, ਜੋ ਕਿ ਬਹੁਤ ਹੀ ਜ਼ਿਆਦਾ ਆਰਥਿਕ ਤੰਗੀ ਆਈ ਇੱਕ ਕਰੋਨਾ ਦੀ ਵਜ੍ਹਾ ਦੇ ਨਾਲ। ਫਿਰ ਵੀ ਸਾਡੇ ਗਰੀਬ ਲੋਕਾਂ ਨੂੰ ਨਾ ਤੇ ਸ਼ੁਰੂ ਤੋਂ ਪਹਿਲਾਂ ਕਦੀ ਉੱਠਣ ਦਿੱਤਾ ਗਿਆ ਸੀ ਔਰ ਨਾ ਹੀ ਇਹਨਾਂ ਨੂੰ ਅੱਜ ਉੱਠਣ ਦੇ ਰਹੇ ਆ, ਜਿਹਦੇ ਵਿੱਚ ਪ੍ਰਸ਼ਾਸਨ ਔਰ ਕੁਝ ਮੋਤਬੇਰ ਬੰਦੇ ਜਥੇਬੰਦੀਆਂ ਕੁਝ ਇਹੋ ਜਿਹੀਆਂ ਬਣੀਆਂ ਹੈ ਜਿਹਦੇ ਵਿੱਚ ਠੱਗੀ ਠੋਰੀ ਹਮੇਸ਼ਾ ਪਹਿਲਾਂ ਵੀ ਚੱਲਦੀ ਹੈ ਔਰ ਅੱਜ ਵੀ ਚੱਲਦੀ ਪਈ ਹੈ। ਸੋ ਸਾਡੇ ਪਿੰਡ ਵਿੱਚ ਅੱਜ ਜੋ ਇਹ ਮੁਜ਼ਾਹਰਾ ਜੋ ਵੀ ਕੀਤਾ ਗਿਆ, ਇਹਦੇ ਵਿੱਚ ਸਿਰਫ ਅਸੀਂ ਆਪਣੀ ਮੰਗ ਰੱਖਦੇ ਹਾਂ, ਪ੍ਰਸ਼ਾਸਨ ਦੇ ਅੱਗੇ ਰੱਖਦੇ ਹਾਂ ਕਿ ਜਿਹੜੀ ਇਹ ਬੋਲੀ ਜ਼ਬਰਦਸਤੀ ਧੱਕੇ ਨਾਲ ਕੀਤੀ ਗਈ ਆ। ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਜਿਹੜੀ? ਇਹਦੇ ਵਿੱਚ ਸਾਡੀ ਪਿੰਡ ਦੀ ਪੰਚਾਇਤ ਦੇ ਪੰਚਾਇਤ ਮੈਂਬਰ ਨੇ, ਬਟਾਲੇ ਦਾ ਵੀਡੀਓ ਸੈਕਟਰੀ, ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ, ਪਰ ਇਹ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਨੇ ਕਿਉਂਕਿ ਔਰ ਕੁਝ ਪਿੰਡ ਦੇ ਜਰਨਲ ਜੱਟ ਸਿੱਖ ਫੈਮਿਲੀ ਦੇ ਬੰਦੇ ਨੇ, 1.5 ਪਰਿਵਾਰ ਦੇ, ਜਿਨ੍ਹਾਂ ਨੇ ਅੱਗੇ ਲੱਗ ਕੇ ਆਪਣੇ ਸੀਰੀ ਲੱਗੇ ਹੋਏ ਬੰਦਿਆਂ ਨੂੰ ਧੱਕੇ ਨਾਲ ਬਿਠਾ ਕੇ ਵਿੱਚ ਬੋਲੀ ਦਿੱਤੀ, ਜੋ ਕਿ ਉਹ ਖੁਦ ਦਿਹਾੜੀਦਾਰ ਬੰਦੇ ਨੇ। ਅੱਜ ਦੇ ਦਿਨ 'ਚ ਵੀ ਉਹ ਪੈਲੀ ਆਪਣੇ ਨਾਂ ਕਰਕੇ ਤੇ ਦਿਹਾੜੀ ਗਏ ਹੋਇਆ, ਜੋ ਕਿ 250-300 ਰੁਪਏ ਦਿਹਾੜੀ ਤੇ ਲੱਗੇ ਹੋਇਆ ਔਰ 5-5 6-6 ਹਜ਼ਾਰ ਰੁਪਏ ਮਹੀਨੇ ਤੇ ਲੈ ਗਿਆ। ਅੱਜ 7.5 ਦੀ ਮਾਲਕੀ ਇੱਕ ਜ਼ਬਰਦਸਤੀ ਸਾਰੇ ਪਿੰਡ ਦੇ ਐਸੇ ਭਾਈਚਾਰੇ ਦੇ ਵਿਰੁੱਧ ਹੋ ਕੇ ਕਰਕੇ ਬੈਠੇ ਹੋਏ। ਸਾਰੇ ਐਸੀ ਲੋਕਾਂ ਨੂੰ ਬੁਲਾਇਆ ਗਿਆ ਸੀ ਜਾਂ ਦੋ ਹੀ ਬੰਦੇ ਬੁਲਾਏ ਗਏ ਸਨ ਜਦੋਂ ਬੋਲੀ? ਸਾਡਾ ਸਾਰਾ ਐਸੀ ਭਾਈਚਾਰਾ ਇੱਕ ਸਾਂਝੇ ਤੌਰ ਤੇ ਜ਼ਮੀਨ ਲੈਣਾ ਚਾਹੁੰਦਾ ਸੀ, ਪਰ ਇਹ ਆ ਕਿ ਸਰਪੰਚ ਦੀ ਔਰ ਸਾਡੇ ਪਿੰਡ ਦੀ ਪੰਚਾਇਤ ਦੀ ਕੁਝ ਹੇਰਾਫੇਰੀਆਂ ਦੇ ਕਾਰਨ ਸਭ ਤੋਂ ਪਹਿਲਾਂ ਐਸੀ ਭਾਈਚਾਰੇ ਨੇ ਆਪਣੀਆਂ ਸਿਕਿਉਰਿਟੀਆਂ ਭਰੀਆਂ ਕਿ ਆਪਾਂ ਆਪਣੀ ਬੋਲੀ ਪੈਲੀ ਦੀ ਦੇ ਸਕੀਏ। 15 ਮਿੰਟ ਸੈਕਟਰੀ ਨੇ ਵੇਟ ਕੀਤੀ, ਉਹਨੇ ਕਿਹਾ ਕਿ ਹੋਰ ਕਿਸੇ ਨੇ ਬੋਲੀ ਦੇਣੀ ਆ ਕਿ ਜਾਂ ਹੀ ਬੋਲੀ ਸ਼ੁਰੂ ਕਰੀਏ। ਸਰਪੰਚ ਨੇ ਪਿੰਡ ਦੇ ਬੰਦਿਆਂ ਨੂੰ ਬੁਲਾ ਕੇ ਔਰ ਖੁਦ ਇਹਨੇ ਬੁਲਾਇਆ ਕਿ ਆਓ ਜਿੰਨੇ ਕਿੰਨੇ ਬੋਲੀ ਦੇਣੀ ਆ। ਪਿੰਡ ਦੇ 1.5 ਪਰਿਵਾਰ ਦੇ ਬਿੰਦਾ 1.5 ਅੱਗੋਂ ਇਹਨਾਂ ਦੇ ਸੀਰੀ ਜਿਹੜੇ ਲੱਗੇ ਆ, ਵੀਰੂ, ਕਾਲਾ ਔਰ ਬਿੰਦਾ 1.5, ਚੰਨਾ 1.5, ਇਹਨਾਂ ਦੇ 2 ਭਰਾ ਔਰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ। ਇਹਨਾਂ 4-5 ਬੰਦਿਆਂ ਨੇ ਆ ਕੇ 2 ਸੀਰੀ ਲਿਆ ਕੇ ਔਰ ਸਾਰੇ ਐਸੀ ਭਾਈਚਾਰੇ ਦੇ ਵਿਰੁੱਧ ਖੜੇ ਹੋ ਕੇ ਔਰ ਇਹਨਾਂ ਪੂਰੇ ਮੁਕਾਬਲੇ ਦੇ ਨਾਲ ਜ਼ਬਰਦਸਤੀ ਇਹ ਬੋਲੀ ਕੀਤੀ, ਜਿਹਦੇ ਵਿੱਚ ਸਰਪੰਚ, ਪੰਚਾਇਤ ਮੈਂਬਰ, ਜੋ ਕਿ ਇਹਨਾਂ ਨੂੰ ਖੁਦ ਇੱਕ ਗਰੀਬ ਬੰਦੇ ਦਾ ਸਾਥ ਦੇਣਾ ਚਾਹੀਦਾ ਹੈ, ਸਾਥ ਦੇਣ ਦੀ ਬਜਾਏ ਇਹਨਾਂ ਨੇ ਵਿਰੁੱਧ ਹੋ ਕੇ ਔਰ ਇੱਕ ਜ਼ਬਰਦਸਤੀ ਕਿ ਸਾਡਾ ਹੱਕ ਇੱਕ ਖੋਇਆ ਗਿਆ। ਸਾਡੇ ਕੋਲ ਵੀਡੀਓ ਪਈ, ਸਾਡੇ ਕੋਲ ਵੀਡੀਓ ਵਿਦ ਸਬੂਤ ਸਭ ਕੁਝ ਪਏ ਆ। ਸਾਡੀ ਮੰਗ ਇਹ ਹੈ ਕਿ ਜੋ ਬੋਲੀ ਧੱਕੇ ਨਾਲ ਜ਼ਬਰਦਸਤੀ ਹੋਈ ਆ ਇਹਨੂੰ ਰੱਦ ਕਰਕੇ ਦੁਬਾਰਾ ਐਸੀ ਭਾਈਚਾਰੇ ਦੇ ਵਿੱਚ ਬੋਲੀ ਕੀਤੀ ਜਾਏ ਔਰ ਜਦੋਂ ਬੋਲੀ ਦੁਬਾਰਾ ਹੋਏ ਸਿਰਫ ਸਾਡਾ
ਐਸੀ ਭਾਈਚਾਰਾ ਸਿਰਫ ਮਜ਼ਦੂਰ ਜਮਾਤ ਐਸੀ ਹੀ ਭਾਈਚਾਰਾ ਹੋਣਾ ਚਾਹੀਦਾ। ਜਰਨਲ ਬੰਦਾ, ਜੱਟ ਸਿੱਖ ਕੋਈ ਬੰਦਾ ਹੋਰ ਵਿੱਚ ਨਹੀਂ ਹੋਣਾ ਚਾਹੀਦਾ, ਸਾਡੀ ਮੰਗ ਹੈ। ਠੀਕ ਹੈ, ਧੰਨਵਾਦ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਕੋਟੜੁੰਬਲ, ਤਾਂ ਮੈਂ ਪਿੰਡ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਜ਼ਿਲ੍ਹਾ ਆਗੂ। ਸੋ ਅੱਜ ਅਸੀਂ ਇਹ ਜਿਹੜਾ ਪਿੰਡ ਮਸਾਣੀਆਂ ਇੱਥੇ ਜਿਹੜਾ ਵੀ ਪੰਚਾਇਤੀ ਜ਼ਮੀਨ ਦੇ ਮਸਲੇ 'ਤੇ ਇਕੱਤਰ ਹੋਏ ਆ। ਸਾਡੀ ਪੂਰੀ ਜ਼ਿਲ੍ਹਾ ਕਮੇਟੀ ਇਸ ਵਕਤ ਇੱਥੇ ਮੌਜੂਦ ਆ। ਇਹ ਪਿੰਡ ਮਸਾਣੀਆਂ ਦੀ ਜਿਹੜੀ ਆ ਵੀ 4 ਮਹੀਨੇ ਤੋਂ ਲਮਸਮ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਪੰਚਾਇਤੀ ਜ਼ਮੀਨ ਨੂੰ ਲੈ ਕੇ। ਤਾਂ ਇਸ ਜ਼ਮੀਨ ਦੇ ਵਾਸਤੇ ਜਿਹੜਾ ਵੀ ਆਪਾਂ 3 ਬੋਲੀਆਂ ਪਹਿਲੇ ਰੱਦ ਹੋ ਚੁੱਕੀਆਂ। ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਇਸ ਜ਼ਮੀਨ ਬਾਰੇ, ਪਰ ਪ੍ਰਸ਼ਾਸਨ ਨੇ ਜਾਣਬੁੱਝ ਕੇ ਜਿਹੜੀ ਆ ਵੀ ਇਸ ਪਿੰਡ ਦੀ ਜ਼ਮੀਨ ਨੂੰ ਜਿਹੜਾ ਜਨਰਲ ਦੇ ਜ਼ਰੀਏ ਜਿਹੜੀ ਕਾਗਜ਼ਾਂ 'ਚ ਇੱਕ ਸੀਰੀ ਬੰਦੇ ਦੇ ਨਾਂ ਜਿਹੜੀ ਜ਼ਮੀਨ ਆ ਉਹ ਕਰਾਈ ਆ। ਤਾਂ ਅਸੀਂ ਉਸ ਦਿਨ ਜਿਹੜਾ ਸੀ ਵੀ ਆਪਣੇ ਕੈਪਟਨ ਦੀ ਕੋਠੀ ਦੇ ਘਰਾਓ ਕਰਦੇ ਆਪਣੀਆਂ ਮਜ਼ਦੂਰਾਂ ਦੇ ਮੰਗਾਂ ਦੇ ਸਬੰਧ ਦੇ ਵਿੱਚ ਜਿਹੜਾ ਵੀ ਪਟਿਆਲੇ ਗਏ ਹੋਏ ਸੀ। ਸਾਡੇ ਮਗਰੋਂ ਇਹ ਜਿਹੜੀ ਜ਼ਮੀਨ ਆ ਉਹ ਜਨਰਲ ਨੂੰ ਦੇ ਦਿੱਤੀ ਗਈ। ਸੋ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਮਜ਼ਦੂਰਾਂ ਦਾ ਹੱਕ ਆ ਜਿਹੜਾ ਮਜ਼ਦੂਰਾਂ ਨੂੰ ਦਿੱਤਾ ਜਾਵੇ, ਕਿਉਂਕਿ ਕਾਗਜ਼ਾਂ ਵਿੱਚ ਤਾਂ ਜ਼ਮੀਨ ਜਿਹੜੀ ਉਹ ਐਸੀ ਭਾਈਚਾਰੇ ਦੇ ਨਾਂ ਹੈਗੀ ਆ, ਪਰ ਗਰਾਊਂਡ ਤੇ ਜਿਹੜੀ ਆ ਉਹ ਇੱਕ ਮਰਲਾ ਵੀ ਸ਼ਾਇਦ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੀ ਅਸੀਂ ਗੱਲ ਕਰੀਏ ਤਾਂ ਜਿੱਥੋਂ ਤੱਕ ਮੇਰੀ ਆਪ ਦੀ ਸਮਝ ਆ ਕਿਤੇ 2 ਏਕੜ ਜ਼ਮੀਨ ਵੀ ਜਿਹੜਾ ਮਜ਼ਦੂਰ ਭਾਈਚਾਰਾ ਉਹ ਨਹੀਂ ਵਾਉਂਦਾ। ਤਾਂ ਜੇ ਇਸ ਪਿੰਡ ਮਸਾਣੀਆਂ ਦੇ ਲੋਕਾਂ ਨੇ ਆਪਣਾ ਏਕਾ ਕਰਕੇ ਇਸ ਜ਼ਮੀਨ ਨੂੰ ਸਾਂਝੇ ਤੌਰ ਤੇ ਵਾਉਣ ਦੀ ਮੰਗ ਰੱਖੀ ਆ ਤਾਂ ਪ੍ਰਸ਼ਾਸਨ ਨੂੰ ਇਹਨਾਂ ਦੀ ਮੰਗ ਨੂੰ ਮੰਗਣਾ ਚਾਹੀਦਾ, ਕਿਉਂਕਿ ਜੇ ਅਸੀਂ ਬ੍ਰਿਟਿਸ਼ ਇੰਡੀਆ ਦਾ ਕਾਨੂੰਨ ਦੇਖੀਏ ਤਾਂ ਉਦੋਂ ਇਹੋ ਜਿਹੇ ਕਾਨੂੰਨ ਬਣੇ ਸੀ ਵੀ ਜੇ ਮਜ਼ਦੂਰਾਂ ਕੋਲ ਪੈਸਾ ਵੀ ਹੁੰਦਾ ਸੀ ਤਾਂ ਉਹ ਜ਼ਮੀਨ ਨਹੀਂ ਖਰੀਦ ਸਕਦੇ, ਗਹਿਣਾ ਗੱਟਾ ਨਹੀਂ ਖਰੀਦ ਸਕਦੇ। ਸੋ 75 ਸਾਲਾਂ ਦਾ ਜੇ ਕੱਲ੍ਹ ਜਿਹੜਾ 15 ਅਗਸਤ ਲੰਘਿਆ ਆਪਾਂ ਆਪਣੇ ਦੇਸ਼ ਦਾ ਸੁਤੰਤਰਤਾ ਦਿਵਸ ਮਨਾਇਆ, ਪਰ ਕਹਿਣ ਦਾ ਵਾ ਵੀ 75 ਸਾਲਾਂ ਦੇ ਬਾਵਜੂਦ ਵੀ ਅੱਜ ਜੇ ਮਜ਼ਦੂਰ ਇਹ ਪਿੰਡ ਮਸਾਣੀਆਂ ਦੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਆਪਣਾ ਪੈਸਾ ਖਰਚ ਕੇ ਜ਼ਮੀਨ ਲੈਣੀ ਚਾਹੁੰਦੇ ਆ, ਪਰ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਜ਼ਮੀਨ ਨਹੀਂ ਦੇ ਰਿਹਾ। ਸੋ ਇੱਕ ਬਹੁਤ ਹੀ ਜਿਹੜੀ ਆ ਨਿੰਦਣਯੋਗ ਗੱਲ ਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਮਸਾਣੀਆਂ ਦੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ। ਜੇ ਸਰਕਾਰ ਹੱਕ ਨਹੀਂ ਦਿੰਦੀ ਤਾਂ ਅਗਲਾ ਕਦਮ ਕੀ ਹੋਏਗਾ? ਅਗਲਾ ਜਿਹੜੀ ਰਣਨੀਤੀ ਆ, ਵੈਸੇ ਤਾਂ ਸਾਡਾ ਜਿਹੜਾ ਇਹ ਧਰਨਾ ਵਾ ਉਹ ਅਣਮਿੱਥੇ ਟਾਈਮ ਲਈ ਆ। ਅਸੀਂ ਆਉਣ ਵਾਲੇ ਸਮੇਂ 'ਚ ਤਿੱਖਾ ਪ੍ਰੋਗਰਾਮ ਆਪਣਾ ਦੇਵਾਂਗੇ ਜਿਹੜਾ ਕਿ ਮਜ਼ਦੂਰਾਂ ਦੇ ਹੱਕ ਨੂੰ ਅਸੀਂ ਜਿਹੜਾ ਆਪਣੇ ਸੰਘਰਸ਼ ਰਾਹੀਂ ਜਿਹੜਾ ਦਵਾ ਕੇ ਛੱਡਾਂਗੇ। ਸਾਡੀ ਇਹੀ ਪ੍ਰਸ਼ਾਸਨ ਨੂੰ ਅਪੀਲ ਆ ਵੀ ਇਹਨਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇ ਤਾਂ ਜੋ ਇਹ ਖੱਜਲ ਖੁਆਰ ਬਹੁਤੇ ਨਾ ਹੋਣ। ਠੀਕ, ਧੰਨਵਾਦ। ਦੋਸਤ ਦੀ ਗੱਲ ਹੈ ਕਿ ਕੱਲ 75ਵੀਂ ਵਰ੍ਹੇਗੰਢ ਜਿਹੜੀ ਹੈ ਹਿੰਦੁਸਤਾਨ ਨੇ ਮਨਾਈ ਆਪਣੀ ਆਜ਼ਾਦੀ ਦੀ, ਪਰ ਇਹ ਜਿਹੜੇ 85% ਲੋਕ ਨੇ ਹਿੰਦੁਸਤਾਨ ਦੇ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਵਾਸਤੇ ਕਾਨੂੰਨ ਵੀ ਬਣਿਆ ਹੈ ਕਿ ਦਲਿਤਾਂ ਦਾ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਤੀਜਾ ਹਿੱਸਾ ਜਿਹੜਾ ਬਣਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਾਨੂੰਨ ਬਣਨ ਦੇ ਬਾਵਜੂਦ ਵੀ ਹਾਲੇ ਤੱਕ ਜਿਹੜਾ ਪੂਰੇ ਪੰਜਾਬ ਦੇ ਵਿੱਚ ਵੀ ਕਿਸੇ ਵੀ ਦਲਿਤ ਨੂੰ ਜਿਹੜਾ ਆਪਣੀ ਜ਼ਮੀਨ ਦਾ ਹਿੱਸਾ ਜਿਹੜਾ ਨਹੀਂ ਮਿਲਿਆ। ਉਹ ਕਿਉਂ? ਦੇਖੋ, ਬੋਲੀਆਂ ਹੁੰਦੀਆਂ ਪੰਚਾਇਤੀ ਜ਼ਮੀਨਾਂ ਦੀਆਂ, ਬੋਲੀ ਤਾਂ ਕਿਸੇ ਦਲਿਤ ਦੇ ਨਾਂ ਹੋ ਸਕਦੀ ਹੈ, 80 ਦੇ ਨਾਂ ਹੋ ਸਕਦੀ ਹੈ, ਪਰ ਉਹਦੀ ਖੱਟੀ ਕਮਾਈ ਖਾਣ ਵਾਲਾ ਪਿੰਡ ਦਾ ਕੋਈ ਧਨਾੜ ਚੌਧਰੀ ਜਾਂ ਕੋਈ ਵੱਡਾ ਸਰਦਾਰ ਜਿਹੜਾ ਜਾਂ ਕੋਈ ਸਿਆਸੀ ਜਿਹੜਾ ਆਗੂ ਹੈ ਉਹ ਜਿਹੜੀ ਉਹਨਾਂ ਦੀ ਖੱਟੀ ਕਮਾਈ ਜਿਹੜੀ ਖਾ ਰਿਹਾ। ਇਹ ਕਿਸ ਪਿੰਡ ਦੀ ਬੋਲੀ ਹੋਈ ਜ਼ਮੀਨ ਦੀ ਔਰ ਕਿਸ ਨੂੰ ਦਿੱਤੀ ਗਈ? ਇਹ ਪਿੰਡ ਮਸਾਣੀਆਂ ਦੇ ਤੇ ਮਤਲਬ 22 ਕਿੱਲੇ ਜ਼ਮੀਨ, ਟੋਟਲ 22 ਕਿੱਲੇ ਜ਼ਮੀਨ ਆ ਪੰਚਾਇਤੀ ਜ਼ਮੀਨ। ਦਲਿਤ ਭਾਈਚਾਰੇ ਦੇ ਦਲਿਤ ਭਾਈਚਾਰੇ ਕਿੰਨੀ ਦੇ ਆਉਂਦੀ? ਇਸੇ 7 ਕਿੱਲੇ ਤੇ ਕੁਛ ਕਨਾਲਾਂ ਜਿਹੜੀਆਂ 3 ਕਨਾਲਾਂ ਜਿਹੜੀਆਂ ਆਉਂਦੀ ਹੈ। ਇਹ 3 ਬੋਲੀਆਂ ਦੇ ਵਿੱਚ ਅਸੀਂ ਵੀ ਇੱਥੇ ਆਏ ਹਾਂ ਜਥੇਬੰਦੀ ਵੱਲੋਂ, ਔਰ ਤਿੰਨੇ ਬੋਲੀਆਂ ਜਿਹੜੀਆਂ ਉਹ ਕੈਂਸਲ ਹੋਈਆਂ 23 ਜੂਨ ਨੂੰ ਤੇ 23/6 ਨੂੰ ਜਿਹੜੀ ਲਾਸਟ ਬੋਲੀ ਕੈਂਸਲ ਹੋਈ ਹੈ। ਪਰ ਉਸ ਤੋਂ ਬਾਅਦ ਇਹ ਡਿਲੇ ਕਰਦੇ ਕਰਦੇ ਮੇਰੇ ਖਿਆਲ 'ਚ 2 ਮਹੀਨੇ ਹੋ ਗਿਆ ਜਿਹੜੀ ਦੂਸਰੀ ਜਨਰਲ ਕੋਟੇ ਨੂੰ ਜਿਹੜੀ ਜ਼ਮੀਨ ਦਿੱਤੀ ਗਈ ਹੈ ਉੱਥੇ ਝੋਨਾ ਵੀ ਜਿਹੜਾ ਨਿਸਰਨ ਵਾਲਾ ਹੋ ਗਿਆ, ਪਰ ਇਹ ਜਿਹੜੀ ਦਲਿਤ ਭਾਈਚਾਰੇ ਦੀ ਹਿੱਸੇ ਦੀ ਜ਼ਮੀਨ ਹੀ ਇਹ ਖਾਲੀ ਪਈ ਰਹੀ। ਔਰ ਬੜੀ ਚਾਲ ਦੇ ਨਾਲ ਮਹਿਕਮੇ ਨੇ, ਪੰਚਾਇਤ ਮਹਿਕਮੇ ਨੇ ਔਰ ਪਿੰਡ ਦੀ ਪੰਚਾਇਤ ਨੇ, ਪਿੰਡ ਦੇ ਕਿਹੜੇ ਅਹੁਦੇਦਾਰ ਮੌਜੂਦ ਸਨ ਜਦੋਂ ਬੋਲੀ ਕੀਤੀ ਗਈ? ਇਹ ਉਹਦੇ ਵਿੱਚ ਸਰਪੰਚ ਵੀ ਸੀ ਪੰਚਾਇਤ ਔਰ ਪੰਚਾਇਤ ਮੈਂਬਰ ਵੀ ਹੈਗੇ। ਔਰ 2 ਜਿਹੜੇ ਬੰਦੇ ਆ ਉਹਨਾਂ ਨੂੰ ਲਿਆ ਕੇ ਬਿਲਕੁਲ ਇੱਕ ਮਤਲਬ ਜਿੱਦਾਂ ਮੋਹਰੇ ਹੁੰਦੇ ਆ ਮੋਹਰੇ ਬਣਾ ਕੇ ਉਹਨਾਂ ਨੂੰ ਖਿਲਾਰਿਆ ਗਿਆ, ਨਾ ਉਹ ਬੋਲੇ ਆ ਨਾ ਕੁਛ ਹੈ। ਔਰ ਜਨਰਲ ਲੋਕਾਂ ਨੇ ਬੋਲੀ ਦਿੱਤੀ ਆ ਔਰ ਮਿਲੀ ਭਗਤ ਦੇ ਨਾਲ ਜਿਹੜਾ ਅੰਦਰ ਖਾਤੇ ਜਿਹੜੀ ਉਹ ਜਿਹੜੀ ਦਲਿਤ ਭਾਈਚਾਰੇ ਜ਼ਮੀਨ ਹੈ ਉਹਨਾਂ ਦੇ ਨਾਲ ਜਿਹੜੀ ਦਿੱਤੀ। ਕੀ ਮੰਗ ਕਰਦੇ ਜੀ ਸਰਕਾਰ? ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਜ਼ਮੀਨ ਜਿਹੜੀ ਹੈ ਪਿੰਡ ਦੇ ਲੋਕ ਜਿਹੜੇ ਆ ਜਿੰਨਾ ਦਲਿਤ ਭਾਈਚਾਰਾ ਸਾਂਝੀ ਖੇਤੀ ਕਰਨਾ ਚਾਹੁੰਦਾ ਹੈ, ਕਿਉਂ ਇਹਨਾਂ ਨੇ ਮਾਲ ਬੱਚਾ ਵੀ ਰੱਖਿਆ ਦਾ, ਡੰਗਰ ਬੱਚਾ ਰੱਖਿਆ ਦਾ। ਇਹਨਾਂ ਦੀਆਂ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਜਦੋਂ ਬਾਹਰ ਪੱਟਿਆਂ ਨੂੰ ਜਾਂਦੀਆਂ ਲੋਕਾਂ ਦੀ ਜ਼ਮੀਨ ਦੇ ਵਿੱਚ ਤਾਂ ਉਹਨਾਂ ਨੂੰ ਜ਼ਮੀਨਾਂ ਦੇ ਮਾਲਕਾਂ ਦੇ ਜਿਹੜੇ ਬੋਲ ਜਿਹੜੇ ਸੁਣਨੇ ਪੈਂਦੇ। ਔਰ ਇਹ ਜ਼ਮੀਨ ਦਾ ਮਾਮਲਾ ਨਹੀਂ ਨਿਰਾ ਹੈਗਾ ਸਾਡੇ ਦਲਿਤਾਂ ਦਾ, ਇਹ ਸਾਡੇ ਮਾਨ ਸਨਮਾਨ ਦਾ ਵੀ ਮਾਮਲਾ ਹੈ। ਇਸ ਕਰਕੇ ਇਹ ਜਿਹੜੀ ਆ ਭਾਈਚਾਰਾ ਜਿਹੜਾ ਸਾਂਝੀ ਖੇਤੀ ਕਰਕੇ
ਇੱਥੇ ਪੱਠਾ ਦੱਥਾ ਜਾਂ ਕੋਈ ਖਾਣ ਵਾਸਤੇ ਦਾਣੇ ਕੁਛ ਵੀ ਹੈ ਜੋ ਵੀ ਹੈ ਸਾਂਝੀ ਖੇਤੀ ਕਰਨਾ ਚਾਹੁੰਦੇ ਆ। ਪਰ ਸਰਕਾਰ ਜਿਹੜੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਘੜਮ ਚੋਰੀ ਬੈਠੇ ਦੇ ਆ ਇਹ ਨਹੀਂ ਚਾਹੁੰਦੇ ਕਿ ਇਹ ਲੋਕ ਜਿਹੜੇ ਆ ਦਲਿਤ ਲੋਕ ਆ ਜਿਹੜੇ ਸਾਡੇ ਬਰਾਬਰ ਖੜੇ ਹੋ ਕੇ ਜ਼ਮੀਨ ਦੀ ਮੰਗ ਕਰਨ। ਇਹ ਜਿਹੜਾ ਸਿਸਟਮ ਚੱਲਦਾ ਪਿਆ ਉਸੇ ਸਿਸਟਮ ਦੇ ਤਹਿਤ ਹੀ ਜਿਹੜਾ ਸਤਿ ਸ੍ਰੀ ਅਕਾਲ ਨਮਸਤੇ ਸਾਨੂੰ ਕਹਿੰਦੇ ਰਹਿਣ ਤੇ ਫਿਰ ਜਿਹੜਾ ਉਹ ਠੀਕ। ਜੇ ਇਨਸਾਫ ਨਾ ਮਿਲਿਆ ਤਾਂ ਅਗਲਾ ਕਦਮ ਕੀ ਹੋਏਗਾ? ਦੇਖੋ ਸਾਡਾ ਕਦਮ ਇਹ ਹੈ ਕਿ ਇਹ ਜਿੰਨਾ ਚਿਰ ਬੋਲੀ ਜਿਹੜੀ ਹੈ ਜਿਹੜੀ ਅਸੀਂ ਬਿਲਕੁਲ ਇਹਨੂੰ ਜਿਹੜੀ ਹੈ ਡੰਮੀ ਬੋਲੀ ਮੰਨਦੇ ਹਾਂ ਤੇ ਡੰਮੀ ਬੋਲੀ ਜਿੰਨਾ ਚਿਰ ਰੱਦ ਨਹੀਂ ਹੁੰਦੀ ਆਪਾਂ ਜ਼ਮੀਨ ਦੇ ਵਿੱਚੋਂ ਜਿਹੜਾ ਨਹੀਂ ਜਾਵਾਂਗੇ ਔਰ ਜ਼ਮੀਨ ਦੇ ਵਿੱਚ ਹੀ ਜਿਹੜਾ ਬੈਠ ਕੇ ਫਿਰ ਦੁਬਾਰਾ ਬੋਲੀ ਕਰਾਉਣ ਤੇ ਫਿਰ ਅਸੀਂ ਜਿਹੜੀ ਇਹ ਜ਼ਮੀਨ ਆਪਣੇ ਨਾਲ ਲਵਾਂਗੇ ਸਾਂਝੀ ਖੇਤੀ ਕਰਾਂਗੇ। ਇਹੀ ਸਾਡੀ ਮੰਗ ਹੈ। ਧੰਨਵਾਦ। ਮੈਂ ਗੁਰਵਿੰਦਰ ਸਿੰਘ ਸਰਪੰਚ ਮਸਾਣੀਆਂ। ਅੱਜ ਸਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਆ ਕੋਈ ਦਲਿਤ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਤੇ ਉਹ ਕੀ ਹੁਕਮ ਹੈ? ਉਹ ਜੀ ਜੋ ਰੋਸ ਮੁਜ਼ਾਹਰਾ ਕਰ ਰਹੇ ਆ ਬਿਲਕੁਲ ਗਲਤ ਆ। ਸਾਡੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਹੋਈ ਸੀ ਜੋ ਕਿ ਜਿਹੜਾ ਕੋਟਾ ਸੀ ਕੁਝ ਹਰੀਜਨਾਂ ਦਾ ਸੀ, ਉਹ ਬੋਲੀ ਹੋਈ ਆ ਬਿਲਕੁਲ ਨਿਰਪੱਖ ਬੋਲੀ ਹੋਈ ਆ। ਉਹਦੇ ਵਿੱਚ ਜਿਹੜੇ ਆ ਹਰੀਜਨਾਂ ਦੇ ਪਰਿਵਾਰਾਂ ਨੇ ਉਹ ਜ਼ਮੀਨ ਬੋਲੀ ਦੇ ਕੇ ਲਈ ਆ। ਬਕਾਇਦਾ ਉਹਨਾਂ ਦੇ ਨਾਂ ਦੇ ਉਹਨਾਂ ਨੂੰ ਰਸੀਦਾਂ ਮਿਲੀਆਂ ਨੇ। ਪੰਚਾਇਤ ਨੇ ਉਹ ਪੈਸੇ ਜਿਹੜੇ ਸੀ ਉਹ ਸਰਕਾਰ ਦੇ ਖਾਤੇ ਜਮ੍ਹਾਂ ਕਰਾ ਦਿੱਤੇ ਨੇ। ਕਿਹਨਾਂ ਨੂੰ ਦਿੱਤੀ ਗਈ ਉਹ ਜ਼ਮੀਨ? ਉਹ ਜੀ ਵੀਰੂ son of ਤਰਸੇਮ ਲਾਲ, ਰਣਜੀਤ ਸਿੰਘ son of ਤਾਰਾ ਸਿੰਘ, ਇਹ ਹਰੀਜਨ ਨੇ? ਇਹ ਹਰੀਜਨ ਹੈ। ਇਹਨਾਂ ਨੂੰ ਦਿੱਤੀ ਗਈ ਆ। ਹੁਣ ਇਹ ਆ ਵੀ 2-3 ਵਾਰੀ ਬੋਲੀ ਪਹਿਲਾਂ ਕੈਂਸਲ ਹੋਈ ਆ। ਇਹ ਲੋਕ ਜਿਹੜੇ ਕੁਝ ਮਿਲ ਕੇ ਇਹ ਚਾਹੁੰਦੇ ਨੇ ਵੀ ਸਾਨੂੰ 7,500 ਰੁਪਏ 8,000 ਰੁਪਏ ਹਿਸਾਬ ਨਾਲ ਕਿੱਲੇ ਦੇ ਉੱਤੇ ਇਹ ਜ਼ਮੀਨ ਮਿਲੇ, ਜੋ ਕਿ ਇਹ ਪਿਛਲੀ ਵਾਰੀ ਤਕਰੀਬਨ 40,000 ਰੁਪਏ ਕਿੱਲੇ ਹਿਸਾਬ ਨਾਲ ਇਹ ਜ਼ਮੀਨ ਜਿਹੜੀ ਸੀ ਬੋਲੀ ਤੇ ਗਈ ਕਿੱਲੇ ਹਿਸਾਬ ਨਾਲ। ਤੇ ਇਸ ਵਾਰ ਜਦੋਂ ਕਿ ਇਹ ਜ਼ਮੀਨ ਦੀ ਪਹਿਲਾਂ ਜਿਹੜੀ ਬੋਲੀ ਹੋਈ ਆ ਉਹ 21 ਜੁਲਾਈ ਨੂੰ ਹੋਈ ਆ ਤੇ 3 ਵਾਰ ਬੋਲੀ ਜਿਹੜੀ ਆ ਉਹ ਇਸੇ ਕਰਕੇ ਕੈਂਸਲ ਹੋ ਗਈ ਆ ਵੀ ਇਹ ਜਿਹੜੇ ਰਲ ਕੇ ਕਹਿੰਦੇ ਸੀ ਵੀ ਅਸੀਂ ਲੜੇ ਆ ਤੇ ਅਸੀਂ ਬੋਲੀ ਨਹੀਂ ਦੇਣੀ, ਅਸੀਂ 7,500-8,000 ਰੁਪਏ ਤੱਕ ਨਾ ਜੇ ਸਾਨੂੰ ਮਿਲਦੀ ਤੇ ਅਸੀਂ ਲਾਂਗੇ, ਨਹੀਂ ਤੇ ਅਸੀਂ ਬੋਲੀ ਨਹੀਂ ਦੇਣੀ ਤੇ ਨਾ ਕਿਸੇ ਨੂੰ ਦੇਣ ਦਾਂਗੇ। ਉਹਨਾਂ ਦਾ ਇਹ ਵੀ ਕਹਿਣਾ ਕਿ ਮਤਲਬ ਜਿਸ ਦਿਨ ਬੋਲੀ ਹੋਈ ਸੀ ਜਨਰਲ ਲੋਕ ਬੈਠੇ ਸਨ, ਐਸੀ ਲੋਕਾਂ ਨੂੰ ਨਹੀਂ ਬੁਲਾਇਆ। ਵੇਖੋ ਇਹਦੇ ਵਿੱਚ ਹੁੰਦਾ ਵੀ ਜਦੋਂ ਵੀ ਅੱਗੇ ਵੀ ਬੋਲੀ ਜ਼ਮੀਨ ਦੀ ਹੁੰਦੀ ਆ ਉਦੋਂ ਲੋਕ ਕੁਝ ਬੋਲੀ ਦੇਣ ਵਾਲੇ ਵੀ ਆਏ ਹੁੰਦੇ ਨੇ ਤੇ ਬੋਲੀ ਵੇਖਣ ਵਾਲੇ ਵੀ ਆਏ ਹੁੰਦੇ ਨੇ। ਜਿਹੜੇ ਆਮ ਲੋਕ ਇਕੱਠ ਪਿੰਡ ਦੇ ਵਿੱਚ ਹੋਇਆ ਹੁੰਦਾ ਵਾ ਵੀ ਚਲੋ ਪਿੰਡ ਦੀ ਬੋਲੀ ਹੈ ਤੇ ਜਾ ਕੇ ਬਹਿੰਦੇ ਆ, ਪਰ ਜੋ ਜਿਹੜੀ ਹਕੀਕਤ ਆ ਉਹਦੇ ਵਿੱਚ ਹਰੀਜਨਾਂ ਦੀ ਜ਼ਮੀਨ ਸੀ ਤੇ ਹਰੀਜਨਾਂ ਨੂੰ ਮਿਲੀ ਆ ਤੇ ਹਰੀਜਨਾਂ ਦੇ ਨਾਂ ਤੇ ਲਾਟ ਹੋਈ ਆ। ਬਕਾਇਦਾ ਰਸੀਦਾਂ ਵਗੈਰਾ ਜਿਹੜੇ ਹਰੀਜਨਾਂ ਨੂੰ ਉਹਨਾਂ ਦੀ ਮਿਲੀਆਂ ਨੇ। ਪਰ ਹੁਣ ਪਤਾ ਲੱਗਾ, ਮੈਂ ਇੱਥੇ ਬਟਾਲੇ ਆਇਆ ਸਾਂ ਤੇ ਮੈਨੂੰ ਹੁਣ ਪਤਾ ਲੱਗਾ ਪਿੱਛੋਂ ਵੀ ਕੁਝ ਲੋਕ ਨਾਲ ਇੱਥੇ ਇਕੱਠੇ ਹੋ ਕੇ ਪਿੰਡ 'ਚ ਫੇਰ ਰਹੇ ਨੇ, ਇਹ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ। ਇਸ ਤਰ੍ਹਾਂ ਇਹ ਕੋਈ ਝਗੜਾ ਹੁੰਦਾ ਖਤਰਾ ਤੇ ਇਹ ਨਜਾਇਜ਼ ਤੌਰ ਤੇ ਪੰਚਾਇਤ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ। ਅਸੀਂ ਵੀ ਪੰਚਾਇਤ ਦੇ ਤੌਰ ਤੇ ਕੱਲ੍ਹ ਨੂੰ ਬਕਾਇਦਾ ਪੰਚਾਇਤਨਾਮਾ ਲਿਖ ਕੇ ਤੇ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਦਾ ਇਹਨਾਂ ਬੰਦਿਆਂ ਦੇ ਉੱਤੋਂ ਮਾਹੌਲ ਖਰਾਬ ਹੋਣ ਦਾ ਖਤਰਾ ਵੀ ਕੋਈ ਝਗੜਾ ਨਾ ਹੋ ਜੇ ਤੇ ਜੋ ਇਹ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਨੇ ਪੰਚਾਇਤੀ ਜ਼ਮੀਨ ਤੇ ਉਹ ਵੀ ਉਹਨਾਂ ਨੂੰ ਦੱਸਾਂਗੇ ਕਿਉਂਕਿ ਅਸੀਂ ਜੋ ਵੀ ਕੀਤਾ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਕੀਤਾ। ਮੈਡਮ ਸਾਡੇ BDO ਸੈਕਟਰੀ ਸਾਹਿਬ ਨਾਲ ਜਿਹੜੇ ਬੜੇ ਵਧੀਆ ਨੇ, ਬਿਲਕੁਲ ਕਾਨੂੰਨੀ ਤੌਰ ਤੇ ਕੀਤਾ ਵਾ। ਪਰ ਜੋ ਇਹ ਹੁਣ ਕਰ ਰਹੇ ਨੇ ਕੁਝ ਦਿਨਾਂ ਦੇ ਉੱਤੋਂ ਉਹਦੇ ਨਾਲ ਸਾਨੂੰ ਪਿੰਡ ਦੇ ਵਿੱਚ ਇਹ ਡਰ ਆ ਵੀ ਪਿੰਡ ਦੇ ਵਿੱਚ ਇਹ ਲੋਕ ਜਿਹੜੀ ਇਹ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ। ਜੇ ਸ਼ਾਂਤੀ ਭੰਗ ਕਰਕੇ ਕੋਈ ਵੀ ਪਿੰਡ ਦਾ ਨੁਕਸਾਨ ਹੋਇਆ ਕਿਸੇ ਦਾ ਵੀ, ਉਹਦਾ ਜ਼ਿੰਮੇਵਾਰ ਇਹੋ ਲੋਕ ਨੇ ਜਿਹੜੇ ਇਹ ਨਾਲ ਤੁਰੇ ਫਿਰਦੇ ਨੇ, ਜਿਹੜੇ ਕਿ ਉਹ ਆਪਣੀ ਗੱਲ ਕਰਦੇ ਨੇ, ਸਾਡੇ ਨਾਲ ਬਹਿ ਕੇ ਗੱਲ ਕਰਨ, ਜਾ ਕੇ ਉੱਥੇ ਮੈਡਮ ਕੋਲ ਪੁੱਛਣ, ਸੈਕਟਰੀ ਪੁੱਛਣ, ਜੋ ਹੈਗਾ ਵਾ ਉਹ ਕਾਨੂੰਨੀ ਪ੍ਰਕਿਰਿਆ ਰਾਹੀਂ ਹੋਇਆ ਵਾ। ਹਰੀਜਨਾਂ ਨੂੰ ਹਰੀਜਨਾਂ ਦੀ ਪੈਲੀ ਮਿਲੀ ਆ, ਉਹਦੇ ਵਿੱਚ ਨਹੀਂ ਕੋਈ ਦੂਸਰੀ ਗੱਲ ਹੈਗੀ।